ਤੁਸੀਂ ਸੁਣ ਰਹੇ ਹੋ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਬਾਬਾ ਆਲਾ ਸਿੰਘ ਭਾਗ 11ਵਾਂ ਰਾਜਗੀ ਦੀ ਪ੍ਰਾਪਤੀ। ਜੈਨ ਖਾਂ ਦੇ ਮਾਰੇ ਜਾਣ ਦੀ ਖਬਰ ਜਦ ਅਹਿਮਦ ਸ਼ਾਹ ਅਬਦਾਲੀ ਪਾਸ ਪੁੱਜੀ ਤਾਂ ਉਹ ਬੜਾ ਹੀ ਦੁਖੀ ਹੋਇਆ ਅਤੇ ਖਾਲਸੇ ਨੂੰ ਸਜ਼ਾ ਦੇਣ ਲਈ ਪੰਜਾਬ ਵੱਲ ਫਿਰ ਤਿਆਰੀ ਕਰ ਦਿੱਤੀ। ਇਸ ਵਾਰ ਉਸਨੇ ਨਸੀਰ ਖਾਨ ਬਲੋਚ ਅਮੀਰ ਕਲਾਤ ਨੂੰ ਵੀ ਆਪਣੇ ਨਾਲ ਲੈ ਲਿਆ, ਜੋ ਕਾਫਰਾਂ ਨੂੰ ਮਾਰਨ ਤੇ ਜਹਾਦ ਕਰਨ ਵਿੱਚ ਬੜੀ ਨੇਕਨਾਮੀ ਖੱਟ ਚੁੱਕਾ ਸੀ। ਸੰਪਤ 1821 ਬਿਕਰਮੀ ਦੇ ਸਿਆਲ ਵਿੱਚ ਅਹਿਮਦ ਸ਼ਾਹ ਅਬਦਾਲੀ ਤੇ ਨਸੀਰ ਖਾਨ ਬਲੋਚ ਲਾਹੌਰ ਇਕੱਠੇ ਹੋ ਗਏ ਅਤੇ ਕੁਝ ਦਿਨ ਉੱਥੇ ਆਰਾਮ ਕਰਕੇ ਸ਼੍ਰੀ ਅੰਮ੍ਰਿਤਸਰ ਜੀ ਉੱਤੇ ਚੜ੍ਹਾਈ ਕਰ ਦਿੱਤੀ। ਲਾਹੌਰੋਂ ਤੁਰ ਕੇ ਚੌਥੇ ਦਿਨ ਸ਼੍ਰੀ ਅੰਮ੍ਰਿਤਸਰ ਜੀ ਪੁੱਜੇ ਅਤੇ ਉੱਥੇ ਦਲ ਦੀ ਥਾਂ ਕੇਵਲ 30 ਸਿੰਘਾਂ ਨੂੰ ਪਾਇਆ, ਜੋ ਸ਼ਹੀਦ ਗੁਰਬਖਸ਼ ਸਿੰਘ ਜੀ ਦੇ ਸੰਗ ਰਲ ਕੇ ਸ਼ਹੀਦੀ ਲੈਣ ਲਈ ਗੁਰੂ ਕੀ ਨਗਰੀ ਵਿੱਚ ਬੈਠੇ ਹੋਏ ਸਨ। ਥੋੜੀ ਜਿਹੀ ਲੜਾਈ ਹੋਈ ਅਤੇ ਸਾਰੇ ਸਿੰਘ ਸ਼ਹੀਦ ਹੋ ਗਏ, ਜਿਸ ਪਰ ਦੁਰਾਨੀ ਫਿਰ ਲਾਹੌਰ ਨੂੰ ਮੁੜ ਗਿਆ। ਅਸਲ ਵਿੱਚ ਅਹਿਮਦ ਸ਼ਾਹ ਉਬਾਸੀਆਂ ਲੈ ਰਿਹਾ ਸੀ। ਉਸਨੂੰ ਸਿੰਘਾਂ ਦੇ ਦਲ ਦਾ ਕਿਤੇ ਪਤਾ ਨਹੀਂ ਲੱਗਦਾ ਸੀ, ਸੋ ਉਹ ਲੜੇ ਤਾਂ ਕਿਸ ਨਾਲ ਲੜੇ। ਇਹੋ ਕਾਰਨ ਸੀ ਕਿ ਲਾਹੌਰੋਂ ਸ਼੍ਰੀ ਅੰਮ੍ਰਿਤਸਰ ਜੀ ਦਾ ਰਾਹ ਉਸਨੇ 4 ਦਿਨਾਂ ਵਿੱਚ ਪੂਰਾ ਕੀਤਾ, ਜੋ ਅਹਿਮਦ ਸ਼ਾਹ ਲਈ ਕੇਵਲ 3 ਘੰਟੇ ਦਾ ਸੀ। ਅੰਤ ਅਹਿਮਦ ਸ਼ਾਹ ਨੇ ਅੱਗੇ ਨੂੰ ਕੂਚ ਕੀਤਾ ਅਤੇ ਹੁਕਮ ਦੇ ਦਿੱਤਾ ਕਿ ਸਭ ਇਲਾਕੇ ਨੂੰ ਜਿਤਨਾ ਲੁੱਟ ਸਕੋ ਲੁੱਟ ਲਵੋ। ਭੁੱਖੇ ਪਠਾਨ ਤੇ ਬਲੋਚ, ਜਿਨ੍ਹਾਂ ਨੇ ਕਮਾਦ ਤੇ ਗੁੜ ਤੇ ਤਿਲ ਕਦੇ ਵੇਖੇ ਨਹੀਂ ਸਨ, ਲੁੱਟ ਵਿੱਚ ਇਹਨਾਂ ਵਸਤਾਂ ਨੂੰ ਪਾ ਕੇ ਬੜੇ ਹੀ ਖੁਸ਼ ਹੋਣ ਅਤੇ ਮਰਦ ਤਰੀਮਤ, ਮੁੰਡਾ ਕੁੜੀ, ਗਊ ਮੈਂ, ਊਠ ਘੋੜਾ, ਜੋ ਕੁਝ ਹੱਥ ਆਵੇ ਸਾਂਭੀ ਜਾਣ। ਅਹਿਮਦ ਸ਼ਾਹ ਲਾਹੌਰੋਂ ਰਿਆੜਕੀ ਦੇ ਰਾਹ ਪਿਆ ਤੇ ਵਟਾਲਿਓਂ ਪੁਰਾਣੀ ਸੜਕ ਪੈ ਕੇ ਦੁਆਬੇ ਥਾਣੀ ਪਹਾੜ ਦੀ ਕੰਢੀ ਕੰਢੀ ਰੋਪੜ ਪਾਸ ਆ ਨਿਕਲਿਆ। ਇੱਥੋਂ ਫਿਰ ਪਹਾੜੀ ਦੀ ਕੰਢੀ ਕੰਢੀ ਪੈ ਪਜੌਰ ਡੇਰੇ ਲਾ ਲਏ ਅਤੇ ਕੁਝ ਦਿਨ ਇੱਥੋਂ ਦੀ ਸੈਰ ਕਰਕੇ ਫਿਰ ਕੁੰਜੇਪੁਰੇ ਜਾ ਖੜੋਤਾ। ਇਸ ਸਫ਼ਰ ਵਿੱਚ ਅਹਿਮਦ ਸ਼ਾਹ ਬਹੁਤ ਹੀ ਹੌਲੀਆਂ-ਹੌਲੀਆਂ ਮੰਜ਼ਲਾਂ ਕਰਦਾ ਰਿਹਾ, ਜਿਵੇਂ ਕੋਈ ਕਿਸੇ ਦੇਸ਼ ਦੀ ਸੈਰ ਕਰਦਾ ਹੁੰਦਾ ਹੈ। ਅਹਿਮਦ ਸ਼ਾਹ ਲਾਹੌਰੋਂ ਤੁਰ ਕੇ ਕੁੰਜਪੁਰੇ ਤੀਕ ਅੱਪੜ ਪਿਆ, ਪਰ ਸਿੰਘਾਂ ਦਾ ਦਲ ਉਸਨੂੰ ਕਿਤੇ ਵੀ ਨਾ ਮਿਲਿਆ ਅਤੇ ਕੁੰਜਪੁਰੇ ਉਸਨੇ ਸਭ ਸਰਦਾਰ ਇਕੱਠੇ ਕੀਤੇ ਅਤੇ ਸਲਾਹ ਪੁੱਛੀ ਕਿ ਦੱਸੋ ਹੁਣ ਕੀ ਕਰੀਏ, ਦਿੱਲੀ ਨੂੰ ਚੱਲੀਏ ਕਿ ਪਿੱਛੇ ਨੂੰ ਮੁੜੀਏ। ਨਸੀਰ ਖਾਂ ਬਲੋਚ, ਜੋ ਪੰਜਾਬ ਵਿੱਚ ਪਹਿਲੀ ਵਾਰ ਪਾਣੀਪਤ ਦੀ ਲੜਾਈ ਸਮੇਂ ਜਾਂ ਦੂਜੀ ਵਾਰ ਇਸ ਸਮੇਂ ਆਇਆ ਸੀ, ਉਸਨੇ ਸਲਾਹ ਦਿੱਤੀ ਕਿ ਗਰਮੀਆਂ ਆ ਚੱਲੀਆਂ ਹਨ, ਗਰਮੀਆਂ ਦੇ ਦਿਨ ਦਿੱਲੀ ਚੱਲ ਕੱਟੀਏ ਅਤੇ ਸੁਜਾਰ ਰੋਹਿਲਿਆਂ ਨੂੰ ਆਪਣੇ ਨਾਲ ਲੈ ਕੇ ਕਾਫਰ ਸਿੱਖਾਂ ਨਾਲ ਸਾਰਾ ਸਿਆਲ ਲੜੀਏ ਤੇ ਉਹਨਾਂ ਦਾ ਖੁਰਾ ਖੋਜ ਮਟਾਈਏ। ਪਰ ਅਹਿਮਦ ਸ਼ਾਹ ਦੇ ਸਰਦਾਰਾਂ ਨੇ ਕਿਹਾ ਕਿ ਗਰਮੀਆਂ ਆ ਚੱਲੀਆਂ ਹਨ, ਇਸ ਲਈ ਹੁਣ ਤਾਂ ਦੇਸ਼ ਨੂੰ ਮੁੜ ਚੱਲੀਏ, ਅਗਲੇ ਵਰੇ ਫੇਰ ਤਿਆਰ ਹੋ ਕੇ ਆਵਾਂਗੇ। ਅਹਿਮਦ ਸ਼ਾਹ ਨੇ ਇਸੇ ਸਲਾਹ ਨੂੰ ਮੰਨ ਲਿਆ ਤੇ ਦਿੱਲੀ ਵੱਲ ਵਧਣ ਦੀ ਥਾਂ ਕੁੰਜਪੁਰੇ ਤੋਂ ਹੀ ਮੋੜਾ ਪਾ ਲਿਆ ਤੇ ਹੌਲੀ-ਹੌਲੀ ਸਰਹੰਦ ਆਣ ਡੇਰੇ ਲਾਏ। ਜਾਂ ਪਠਾਨਾਂ ਨੇ ਸਰਹੰਦ ਦੀ ਹਾਲਤ ਵੇਖੀ ਤਾਂ ਉਹਨਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਹਜੇ 3 ਵਰੇ ਹੀ ਹੋਏ ਸਨ ਕਿ ਇਹਨਾਂ ਨੇ ਸਰਹੰਦ ਨੂੰ ਹਰਿਆ ਭਰਿਆ ਲੈ ਕਰਦਾ ਵੇਖਿਆ ਸੀ ਕਿ ਹੁਣ ਇਹ ਹਾਲ, ਜੋ ਸਾਰੇ ਸ਼ਹਿਰ ਵਿੱਚ ਇੱਕ ਬੰਦਾ ਵੀ ਨਜ਼ਰ ਨਾ ਆਇਆ। ਬਾਜ਼ਾਰ ਉਸੇ ਤਰ੍ਹਾਂ ਪਏ ਹਨ, ਦੁਕਾਨਾਂ ਉਸੇ ਤਰ੍ਹਾਂ ਪਈਆਂ ਹਨ, ਪਰ ਦੁਕਾਨਦਾਰ ਕੋਈ ਨਹੀਂ, ਬੰਦਾ ਕੋਈ ਨਹੀਂ, ਚਰਿੰਦਾ ਕੋਈ ਨਹੀਂ। ਮਦਦ ਅਲਫਸਾਨੀ ਦੀ ਦਰਗਾਹ ਵਿੱਚ ਉਜਾੜ ਪਈ ਹੈ, ਸਭ ਪੀਰਾਂ ਤੇ ਔਲੀਆਵਾਂ ਦੇ ਮਕਬਰੇ ਵੀਰਾਨ ਪਏ ਹਨ। ਸਰਹੰਦ ਸ਼ਹਿਰ ਦੀ ਐਸੀ ਹਾਲਤ ਦੇਖ ਕੇ ਦੁਰਾਨੀ ਦਾ ਮਨ ਦਹਿਲ ਗਿਆ। ਉਸਨੇ ਸਮਝ ਲਿਆ ਕਿ ਜਿਹੜੇ ਮੌਤੋਂ ਇਤਨੇ ਬੇਖੌਫ ਹਨ ਕਿ ਚੰਗਾ ਭਲਾ ਸਾਨੂੰ ਆਉਂਦਾ ਵੇਖ ਸੁਣ ਕੇ ਫਿਰ ਵੀ ਸ਼੍ਰੀ ਹਰਮੰਦਰ ਜੀ ਨੂੰ ਛੱਡ ਕੇ ਨਹੀਂ ਗਏ ਅਤੇ ਇਤਨਾ ਹੌਸਲਾ ਕੀਤਾ ਕਿ ਸਾਡੀ 30,000 ਫੌਜ ਉੱਤੇ ਕੇਵਲ 30 ਆਦਮੀ ਸ਼ੇਰਾਂ ਵਾਂਗ ਆਣ ਪਏ, ਉਹਨਾਂ ਨੂੰ ਸਰ ਕਰ ਸਕਣਾ ਕਿੰਨਾ ਔਖਾ ਹੈ, ਜਿਨ੍ਹਾਂ ਦਾ ਗੁੱਸਾ ਵੀ ਐਸਾ ਹੈ ਕਿ ਸਰਹੰਦ ਜਿਹਾ ਸ਼ਾਹੀ ਸ਼ਹਿਰ ਅੱਜ ਇਸ ਤਰ੍ਹਾਂ ਉਜਾੜਿਆ ਪਿਆ ਹੈ, ਜੀਕਨ ਕਿ ਇਹ ਕਈ 100 ਵਰੇ ਦਾ ਥੇ ਹੁੰਦਾ ਹੈ। ਅਹਿਮਦ ਸ਼ਾਹ ਦੀ ਨੀਤੀ ਖਾਲਸੇ ਨਾਲ ਸੁਲ੍ਹਾ ਸਫਾਈ ਕਰਨ ਦੀ ਸੀ। ਉਹ ਰੋਜ਼ ਆਖਦਾ ਕਿ ਇਹ ਕਮਲੇ ਜ਼ਮੀਂਦਾਰ ਮੈਥੋਂ ਕਿਉਂ ਡਰਦੇ ਫਿਰਦੇ ਹਨ, ਮੈਂ ਇਹਨਾਂ ਪਾਸੋਂ ਕੁਝ ਨਹੀਂ ਮੰਗਦਾ, ਇਹ ਇੱਕ ਵਾਰ ਮੇਰੇ ਪਾਸ ਹਾਜ਼ਰ ਤਾਂ ਹੋ ਜਾਣ। ਇਸ ਮਤਲਬ ਲਈ ਉਸਨੇ ਮਹਾਰਾਜਾ ਆਲਾ ਸਿੰਘ ਜੀ ਨੂੰ ਆਪਣੇ ਪਾਸ ਸੱਦਿਆ ਤੇ ਕਿਹਾ, ਮਹਾਰਾਜਾ ਜੀ ਆਪਣਾ ਕੋਈ ਸਰਦਾਰ ਸਿੰਘਾਂ ਪਾਸ ਘੱਲ ਕੇ ਉਹਨਾਂ ਨੂੰ ਮੇਰੇ ਪਾਸ ਲੈ ਆਉਣ। ਮਹਾਰਾਜ ਜੀ ਨੇ ਸਰਦਾਰ ਸਿੰਘ ਗਰੇਵਾਲ ਨੂੰ ਸਿੰਘਾਂ ਪਾਸ ਘੱਲਿਆ ਕਿ ਉਹਨਾਂ ਨੂੰ ਸਮਝਾ ਬੁਝਾ ਕੇ ਸਰਹੰਦ ਲੈ ਆਵੇ, ਪਰ ਉਹ ਸੁਤੰਤਰ ਰੂਹਾਂ ਇਹੋ ਜਿਹੀਆਂ ਗੱਲਾਂ ਨੂੰ ਕਦ ਮੰਨ ਸਕਦੀਆਂ ਸਨ। ਉਹਨਾਂ ਕਿਹਾ ਕਿ ਸਾਡਾ ਤੇ ਤੁਰਕਾਂ ਦਾ ਮੇਲ ਕੀ, ਕਦੀ ਬਰੂਦ ਤੇ ਅੱਗੇ ਕਥਾ ਰਹਿ ਸਕਦੇ ਹਨ। ਸਾਨੂੰ ਇਲਾਕਾ ਦੇਣ ਵਾਲਾ ਅਹਿਮਦ ਸ਼ਾਹ ਕੌਣ ਹੈ? ਸਾਨੂੰ ਤਾਂ ਸਤਿਗੁਰਾਂ ਨੇ ਪਾਤਸ਼ਾਹੀ ਦਿੱਤੀ ਹੋਈ ਹੈ। ਜਦ ਕਿਸੇ ਤਰ੍ਹਾਂ ਗੱਲ ਬਣਦੀ ਨਾ ਵੇਖੀ ਤਾਂ ਅਹਿਮਦ ਸ਼ਾਹ ਨੇ ਸਰਹੰਦ ਦੀ ਸੂਬੇਦਾਰੀ ਮਲੇਰੀਆ ਨੂੰ ਦੇਣੀ ਚਾਹੀ, ਪਰ ਉਹਨਾਂ ਨੇ ਕਿਹਾ ਕਿ ਜੇਕਰ ਆਪ ਲਾਹੌਰ ਰਹੇ ਤਦ ਤਾਂ ਅਸੀਂ ਸੂਬੇਦਾਰੀ ਕਰ ਸਕਾਂਗੇ, ਪਰ ਜੇਕਰ ਆਪ ਨੇ ਕੰਧਾਰ ਨੂੰ ਮੁੜ ਜਾਣਾ ਹੈ ਤਦ ਸਰਹੰਦ ਦੀ ਸੂਬੇਦਾਰੀ ਜਾਣ ਦਾ ਧੋਖਾ ਹੈ।
ਅੰਤ ਸਰਹੰਦ ਦੀ ਸੂਬੇਦਾਰੀ ਦਾ ਫੈਸਲਾ ਮਹਾਰਾਜਾ ਆਲਾ ਸਿੰਘ ਜੀ ਨਾਲ ਹੋ ਗਿਆ। ਅਹਿਮਦ ਸ਼ਾਹ ਨੇ ਮਹਾਰਾਜ ਜੀ ਨੂੰ ਖਿੱਲਤ ਦੇ ਕੇ ਰਾਜਗੀ ਦਾ ਖਿਤਾਬ ਦਿੱਤਾ। ਰਾਜਗੀ ਦੀਆਂ ਨਿਸ਼ਾਨੀਆਂ, ਧੌਸਾ ਤੇ ਝੰਡਾ ਦਿੱਤੀਆਂ ਤੇ 3.5 ਲੱਖ ਰੁਪਈਆ ਸਾਲਾਨਾ ਲਈ ਸਰਹੰਦ ਦਾ ਸਾਰਾ ਇਲਾਕਾ ਦੇ ਦਿੱਤਾ। ਮਹਾਰਾਜ ਜੀ ਨੇ 2,80,000 ਰੁਪਈਆ ਤਾਂ ਉਸੇ ਵੇਲੇ ਤਾਰ ਦਿੱਤਾ ਅਤੇ ਰਹਿੰਦਾ 70,000 ਰੁਪਈਆ ਪਿੱਛੋਂ ਹੁੰਡੀਆਂ ਦੇ ਰਾਹੀਂ ਘੱਲ ਦਿੱਤਾ। ਅਹਿਮਦ ਸ਼ਾਹ ਨੂੰ ਸਿੰਘ ਤਾਂ ਨਹੀਂ ਲੱਭੇ, ਪਰ ਅਹਿਮਦ ਸ਼ਾਹ ਦੀ ਫੌਜ ਨੇ ਗਊਆਂ, ਮਈਆਂ, ਘੋੜੇ, ਖੱਚਰਾਂ, ਮਰਦ, ਤਰੀਮਤਾਂ ਤੇ ਮੁੰਡੇ, ਕੁੜੀਆਂ ਲੱਖਾਂ ਦੀ ਗਿਣਤੀ ਵਿੱਚ ਪਿੰਡਾਂ ਵਿੱਚੋਂ ਲੈ ਲਏ ਸਨ। ਹੁਣ ਜਦ ਲਾਹੌਰ ਨੂੰ ਮੁੜ ਜਾਣ ਦੀ ਤਿਆਰੀ ਹੋਈ ਤਾਂ ਅਹਿਮਦ ਸ਼ਾਹ ਨੇ 70,000 ਦੀ ਟੁੱਟਦੀ ਰਕਮ ਵੇਖ ਕੇ ਮਹਾਰਾਜਾ ਆਲਾ ਸਿੰਘ ਜੀ ਨੂੰ ਵੀ ਆਪਣੇ ਨਾਲ ਲੈ ਲਿਆ, ਇਹ ਵਿਚਾਰ ਕੇ ਕਿ ਉਂਝ ਤਾਂ ਸ਼ਾਇਦ ਇਹ ਰਕਮ ਵਸੂਲ ਨਾ ਹੀ ਹੋਵੇ, ਪਰ ਇਸ ਤਰ੍ਹਾਂ ਤਾਂ ਛੇਤੀ ਹੀ ਵਸੂਲ ਹੋ ਜਾਵੇਗੀ। ਉਧਰ ਸਿੰਘਾਂ ਨੇ ਵੀ ਗੁਰਮਤਾ ਕਰ ਲਿਆ ਕਿ ਅਬਦਾਲੀ ਰੋਜ਼-ਰੋਜ਼ ਆ ਕੇ ਤੰਗ ਕਰਦਾ ਹੈ, ਐਤਕੀ ਇਸ ਨਾਲ 2 ਹੱਥ ਕਰਕੇ ਵੇਖ ਲਵੋ। ਸੋ ਟਾਕਰੇ ਦੀ ਸਲਾਹ ਪੱਕੀ ਕਰਕੇ ਤਲਵਣ ਤੋਂ ਫਲੌਰ ਦੇ ਪੱਤਨ ਰੋਕ ਲਏ ਅਤੇ ਅਹਿਮਦ ਸ਼ਾਹ ਦੀ ਉਡੀਕ ਕਰਨ ਲੱਗੇ। ਅਹਿਮਦ ਸ਼ਾਹ ਸਭ ਕੁਝ ਜਾਣਦਾ ਸੀ। ਉਹ ਸ਼ਾਹੀ ਸੜਕ ਨੂੰ ਛੱਡ ਕੇ ਰੋਪੜੋਂ ਸਤਲੁਜ ਪਾਰ ਹੋ ਗਿਆ ਅਤੇ ਸਿੰਘਾਂ ਦੇ ਆਉਣ ਤੋਂ ਪਹਿਲਾਂ ਸਭ ਵਹੀਰ ਨੂੰ ਪਾਰ ਲੰਘਾ ਗਿਆ। ਅਗਲੇ ਦਿਨ ਥੋੜੀ ਦੂਰ ਹੀ ਗਿਆ ਸੀ ਕਿ ਖਾਲਸਾ ਜੀ ਦੀ ਸੈਨਾ ਨੇ ਰਾਹ ਰੋਕ ਲਿਆ ਅਤੇ ਅਹਿਮਦ ਸ਼ਾਹ ਨੂੰ ਲੜਾਈ ਲਈ ਵੰਗਾਰਿਆ। ਅਹਿਮਦ ਸ਼ਾਹ ਨੇ ਉੱਥੇ ਹੀ ਡੇਰਾ ਕਰ ਦਿੱਤਾ ਅਤੇ ਸਾਰੀ ਫੌਜ ਤਿਆਰ ਕਰਕੇ ਸਭ ਨੂੰ ਤਾਕੀਦ ਕਰ ਦਿੱਤੀ ਕਿ ਲੜਾਈ ਵੇਲੇ ਕਦਾਚਿਤ ਆਪਣੇ ਪੈਂਤੜੇ ਤੋਂ ਅੱਗੇ ਨਹੀਂ ਵਧਣਾ। ਇਹ ਗੱਲ ਉਸਨੇ ਐਸੀ ਜ਼ਰੂਰੀ ਸਮਝੀ ਕਿ ਜਦ ਫੌਜ ਲੜਾਈ ਲਈ ਤਿਆਰ ਹੋ ਗਈ ਤਾਂ ਅੱਡੋ-ਅੱਡ ਹਰ ਇੱਕ ਸਰਦਾਰ ਪਾਸ ਆਪ ਜਾ ਕੇ ਇਸ ਗੱਲ ਦੀ ਪੱਕੀ ਕੀਤੀ ਕਿ ਜੇਕਰ ਸਿੰਘਾਂ ਨੂੰ ਨੱਸਦੇ ਵੇਖੋ ਤਾਂ ਕਦਾਚਿਤ ਉਹਨਾਂ ਦੇ ਮਗਰ ਨਹੀਂ ਪੈਣਾ ਅਤੇ ਆਪਣਾ ਪੈਂਤੜਾ ਕਦੇ ਨਾ ਛੱਡਣਾ। ਲੜਾਈ ਸ਼ੁਰੂ ਹੋ ਪਈ ਅਤੇ ਜਿਉਂ ਸ਼ੁਰੂ ਹੋਈ ਸਾਂਝ ਤੀਕ ਉਸੇ ਤਰ੍ਹਾਂ ਹੁੰਦੀ ਰਹੀ। ਕਦੀ ਤਾਂ ਸਿੰਘ ਸੱਜੇ ਪਾਸੇ ਨੂੰ ਧੱਕੇ ਲੈ ਜਾਂਦੇ ਅਤੇ ਫਿਰ ਏਕਾ-ਏਕ ਪਿੱਛੇ ਹਟ ਜਾਂਦੇ, ਫਿਰ ਖੱਬੇ ਪਾਸੇ ਨੂੰ ਧੱਕੇ ਲੈ ਜਾਂਦੇ ਅਤੇ ਫਿਰ ਪਿੱਛੇ ਹਟ ਜਾਂਦੇ। ਇਸ ਤਰ੍ਹਾਂ ਸਾਰਾ ਦਿਨ ਖਾਲਸਾ ਜੀ ਨੇ ਅਬਦਾਲੀ ਨੂੰ ਉਸੇ ਥਾਂ ਰੋਕੀ ਰੱਖਿਆ। ਸਾਂਝ ਹੋਈ ਤਾਂ ਸਿੰਘ ਲਾਂਬੇ ਚਾਂਬੇ ਖਿੰਡ ਗਏ। ਦਿਨ ਚੜੇ ਦੌਰਾਨੀ ਹਜੇ ਥੋੜੀ ਦੂਰ ਹੀ ਗਿਆ ਸੀ ਕਿ ਸਿੰਘ ਫੇਰ ਆ ਪਏ ਅਤੇ ਸਾਂਝ ਤੀਕ ਅਬਦਾਲੀ ਨੂੰ ਉਸੇ ਥਾਂ ਰੋਕ ਰੱਖਿਆ। ਅਗਲੇ ਦਿਨ ਫੇਰ ਇਹੋ ਹਾਲ ਹੋਇਆ ਅਤੇ ਖਾਲਸਾ ਜੀ ਨੇ ਸਾਰਾ ਦਿਨ ਅਬਦਾਲੀ ਨੂੰ ਅੱਗੋਂ ਪਿੱਛੋਂ ਘੇਰ ਰੱਖਿਆ। ਅਬਦਾਲੀ ਦੀ ਜਿਤਨੀ ਫੌਜ ਸੀ ਉਸ ਤੋਂ ਕਈ ਗੁਣਾ ਵਧੇਕ ਉਸ ਦਾ ਵਹੀਰ ਸੀ। ਇਸ ਵਹੀਰ ਨੂੰ ਅਹਿਮਦ ਸ਼ਾਹ ਨੇ ਵਿਚਕਾਰ ਰੱਖਿਆ ਸੀ ਅਤੇ ਚੌਹੀਂ ਲਾਂਬੀ ਫੌਜ ਲਾ ਕੇ ਹੌਲੀ-ਹੌਲੀ ਲੜਦਾ ਭਿੜਦਾ ਅੱਗੇ ਨੂੰ ਵਧਣ ਲੱਗਾ। ਖਾਲਸਾ ਜੀ ਦਾ ਰੋਜ਼ ਇਹੋ ਹਾਲ ਸੀ ਕਿ ਦਿਨ ਚੜੇ ਦੌਰਾਨੀ ਦੇ ਗਾਲ ਆ ਪੈਂਦੇ ਅਤੇ ਸਾਂਝ ਤੀਕ ਅੱਗੋਂ ਪਿੱਛੋਂ ਹੋ ਕੇ ਉਸ ਨਾਲ ਲੜਾਈ ਕਰਦੇ ਰਹਿੰਦੇ। 7 ਦਿਨ ਇਹੋ ਹਾਲ ਰਿਹਾ ਅਤੇ 7ਵੇਂ ਦਿਨ ਸ਼ੁਕਰ ਕਰਕੇ ਅਹਿਮਦ ਸ਼ਾਹ ਬਿਆਸ ਕੰਢੇ ਪੁੱਜਾ। ਜਦ ਦੁਰਾਨੀ ਦਰਿਆ ਲੰਘ ਗਿਆ ਤਾਂ ਸਿੰਘਾਂ ਨੇ ਉਸ ਦਾ ਖਿਆਲ ਛੱਡ ਦਿੱਤਾ। ਅਬਦਾਲੀ ਨੇ 100 ਸ਼ੁਕਰ ਕੀਤਾ ਤੇ ਲਾਹੌਰ ਪੁੱਜ ਕੇ ਇੱਕ ਦਿਨ ਵੀ ਆਰਾਮ ਨਾ ਕੀਤਾ, ਬਲਕਿ ਉਸੇ ਦਿਨ ਰਾਵੀ ਨੂੰ ਲੰਘ ਕੇ ਚਨਾਹ ਦਰਿਆ ਕੰਢੇ ਦਮ ਲਿਆ। ਕਰਤਾਰ ਦੀ ਕੁਦਰਤ ਐਸੀ ਹੋਈ ਕਿ ਸਾਰਾ ਲਸ਼ਕਰ ਤੇ ਵਹੀਰ ਚਨਾਹ ਦੇ 6 ਨਾਲੇ ਤਾਂ ਸੁਖਾਲੇ ਲੰਘ ਗਏ, ਪਰ ਬਾਕੀ ਜੋ 2 ਨਾਲੇ ਰਹਿੰਦੇ ਸਨ ਉਹਨਾਂ ਵਿੱਚ ਪਾਣੀ ਡੂੰਘਾ ਸੀ ਤੇ ਜ਼ੋਰ ਨਾਲ ਚੱਲਦਾ ਸੀ। ਸੋ ਉੱਥੋਂ ਆ ਕੇ ਪਸ਼ੂ ਤੇ ਬੰਦੇ ਰੁੜਨ ਲੱਗ ਪਏ ਅਤੇ ਥੋੜੇ ਚਿਰ ਵਿੱਚ ਹੀ ਬੇਅੰਤ ਜਾਨਾਂ ਦਾ ਨੁਕਸਾਨ ਹੋ ਗਿਆ। ਨੂਰ ਮੁਹੰਮਦ ਆਪਣੇ ਜੰਗਨਾਮੇ ਵਿੱਚ ਲਿਖਦਾ ਹੈ ਕਿ ਇਤਨਾ ਨੁਕਸਾਨ ਸਿੰਘਾਂ ਨੇ ਵੀ ਨਹੀਂ ਕੀਤਾ ਜਿਤਨਾ ਕਿ ਚਨਾਹ ਦਰਿਆ ਲੰਘਣ ਲੱਗਿਆ ਹੋ ਗਿਆ। ਅਹਿਮਦ ਸ਼ਾਹ ਅਬਦਾਲੀ ਇਹ ਸਮਝਦਾ ਸੀ ਕਿ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਜਾਣ ਨਾਲ 70,000 ਰੁਪਈਆ ਛੇਤੀ ਵਸੂਲ ਹੋ ਜਾਏਗਾ, ਪਰ ਜਦੋਂ ਲਾਹੌਰ ਪੁੱਜਾ ਤਾਂ ਮਹਾਰਾਜ ਜੀ ਵੱਲੋਂ ਉਸਨੂੰ ਨਿਸ਼ਚਾ ਹੋ ਗਿਆ ਕਿ ਰਕਮ ਪਿੱਛੋਂ ਪੁੱਜ ਜਾਵੇਗੀ। ਇਸ ਲਈ ਉਸਨੇ ਮਹਾਰਾਜ ਜੀ ਨੂੰ ਤਾਂ ਲਾਹੌਰੋਂ ਹੀ ਪਿੱਛੇ ਮੋੜ ਦਿੱਤਾ, ਪਰ ਮਹਾਰਾਜ ਜੀ ਦੇ ਵਕੀਲ ਕੰਧਾਰੀ ਮਲ ਨੂੰ ਆਪਣੇ ਨਾਲ ਲੈ ਲਿਆ, ਜਿਸ ਨੂੰ ਅਟਕ ਕੰਢੇ ਪੁੱਜ ਕੇ ਛੱਡ ਦਿੱਤਾ। ਜਦ ਮਹਾਰਾਜ ਜੀ ਅਬਦਾਲੀ ਦੇ ਨਾਲ ਦੁਆਬੇ ਵਿੱਚ ਗਏ ਸਨ ਤਾਂ ਬੀਬੀ ਰਜਿੰਦਰ ਕੌਰ ਜੀ ਨੇ ਫਗਵਾੜਿਓਂ ਸੁਨੇਹਾ ਕਲਵਾਇਆ ਸੀ ਕਿ 70,000 ਰੁਪਈਆ ਅਸੀਂ ਕਲਵਾ ਦਿੰਦੇ ਹਾਂ, ਪਰ ਮਹਾਰਾਜ ਜੀ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਬੀਬੀਆਂ ਪਾਸੋਂ ਸਹਾਇਤਾ ਲੈਣੀ ਸਾਊਆਂ ਦਾ ਕੰਮ ਨਹੀਂ। ਸੋ ਮਹਾਰਾਜ ਜੀ ਜਦ ਪਟਿਆਲੇ ਆਏ ਤਾਂ ਆਪਣੇ ਬਚਨ ਅਨੁਸਾਰ 70,000 ਰੁਪਏ ਦਾ ਪ੍ਰਬੰਧ ਕਰਕੇ ਹੁੰਡੀਆਂ ਦੁਆਰਾ ਇਹ ਰਕਮ ਕੰਧਾਰ ਅਪੜਾ ਦਿੱਤੀ। ਅਬਦਾਲੀ ਵੱਲੋਂ ਪਿੱਛਾ ਛੁਡਵਾਇਆ ਸੀ ਕਿ ਸਿੰਘਾਂ ਦਾ ਦਲ ਮਹਾਰਾਜ ਜੀ ਵੱਲ ਉੱਲਰ ਪਿਆ। ਸਿੰਘਾਂ ਨੂੰ ਮਹਾਰਾਜ ਜੀ ਉੱਤੇ ਰੋਸ ਸੀ ਕਿ ਆਪਨੇ ਅਬਦਾਲੀ ਸਾਹਮਣੇ ਸਿਰ ਨੀਵਾਂ ਕਿਉਂ ਕੀਤਾ ਤੇ ਉਸ ਪਾਸੋਂ ਖਿਤਾਬ ਕਿਉਂ ਲਿਆ। ਜਦ ਬੰਦਾ ਬਹਾਦਰ ਦੇ ਸਮੇਂ ਲਾਹੌਰ ਦੇ ਸੂਬੇ ਮੁਹੰਮਦ ਅਸਲਮ ਖਾਨ ਨੇ ਸਿੰਘਾਂ ਪਾਸ ਬਹੁਤ ਸਾਰਾ ਰੁਪਈਆ ਤੇ ਨਵਾਬੀ ਦਾ ਖਿਤਾਬ ਘੱਲਿਆ ਸੀ ਤੇ ਇਸ ਖਿਤਾਬ ਨੂੰ ਕਿਸੇ ਸਿੰਘ ਨੇ ਕਬੂਲ ਨਹੀਂ ਕੀਤਾ ਸੀ ਅਤੇ ਕਪੂਰ ਸਿੰਘ ਜੋ ਇਸ ਸਮੇਂ ਸੰਗਤਾਂ ਨੂੰ ਪੱਖਾ ਝੱਲ ਰਿਹਾ ਸੀ, ਖਾਲਸਾ ਜੀ ਨੇ ਬਦੋਬਦੀ ਉਸਨੂੰ ਨਵਾਬੀ ਦਾ ਖਿਤਾਬ ਦਿੱਤਾ ਸੀ। ਸੋ ਹੁਣ ਜਦ ਅਹਿਮਦ ਸ਼ਾਹ ਘਧਾਰ ਨੂੰ ਮੁੜ ਗਿਆ ਤਾਂ ਆਪੋ ਆਪਣੇ ਇਲਾਕਿਆਂ ਦੀ ਸੁਰਤ ਲੈ ਕੇ ਸਾਰਾ ਦਲ ਇੱਕ ਥਾਂ ਇਕੱਠਾ ਹੋ ਗਿਆ ਤੇ ਮਹਾਰਾਜਾ ਆਲਾ ਸਿੰਘ ਜੀ ਨਾਲ ਲੜਾਈ ਕਰਨ ਲਈ ਪਟਿਆਲੇ ਵੱਲ ਵਧਿਆ। ਇਸ ਸਮੇਂ ਇਸ ਦਲ ਦਾ ਮੋਹਰੀ ਸਰਦਾਰ ਹਰੀ ਸਿੰਘ ਭੰਗੀ ਸੀ। ਮਹਾਰਾਜ ਜੀ ਨੇ ਆਪਣੀ ਫੌਜ ਸਿੰਘਾਂ ਦੇ ਟਾਕਰੇ ਲਈ ਘੱਲ ਦਿੱਤੀ ਅਤੇ ਆਪਣੇ ਵਕੀਲ ਦੀ
ਆਪਣੇ ਵਕੀਲ ਵੀ ਦਲ ਵੱਲ ਘੱਲ ਦਿੱਤੇ ਕਿ ਇਸ ਅਵੱਗਿਆ ਬਦਲੇ ਤਨਖਾਹ ਲਾ ਕੇ ਇਸ ਝਗੜੇ ਨੂੰ ਸੰਤੋਖ ਦਿੱਤਾ ਜਾਵੇ। ਦੋਹਾਂ ਫੌਜਾਂ ਦਾ ਲੰਗ ਚਲਾਈਲੇ ਪਾਸ ਟਾਕਰਾ ਹੋਇਆ ਤੇ ਸੰਯੋਗ ਐਸਾ ਹੋਇਆ ਕਿ ਸ਼ੁਰੂ ਵਿੱਚ ਹੀ ਗੋਲੀ ਲੱਗਣ ਕਰਕੇ ਸਰਦਾਰ ਹਰੀ ਸਿੰਘ ਭੰਗੀ ਗੁਜ਼ਰ ਗਿਆ। ਸਰਦਾਰ ਜੱਸਾ ਸਿੰਘ ਜੀ ਹੱਥੋਂ ਕੰਵਰ ਸਿੰਘ ਜੀ ਨੇ ਅੰਮ੍ਰਿਤ ਛਕਿਆ ਹੋਇਆ ਸੀ, ਇਸ ਲਈ ਸਰਦਾਰ ਜੱਸਾ ਸਿੰਘ ਜੀ ਨੇ ਪੰਥ ਨੂੰ ਸਮਝਾਇਆ ਕਿ ਖਾਲਸਾ ਜੀ ਆਪੋ ਵਿੱਚ ਕਿਉਂ ਲੜਦੇ ਹੋ, ਜਮਨਾ ਲੰਘ ਕੇ ਬਗਾਨਿਆਂ ਨਾਲ ਲੜੋ, ਜਿੱਥੋਂ ਕੁਝ ਲਾਭ ਵੀ ਹੋਵੇ। ਸਾਰੇ ਪੰਥ ਨੇ ਸਲਾਹ ਮੰਨ ਲਈ ਅਤੇ ਮਹਾਰਾਜ ਆਲਾ ਸਿੰਘ ਜੀ ਨੂੰ ਤਨਖਾਹ ਲਾ ਕੇ ਦਲ ਦਾ ਬਹੁਤ ਹਿੱਸਾ ਜਮਨਾ ਪਾਰ ਗੰਗਾ ਦੁਆਬ ਵੱਲ ਚਲਾ ਗਿਆ। ਮਹਾਰਾਜ ਆਲਾ ਸਿੰਘ ਜੀ ਦਾ ਕਦੇ ਵੀ ਇਹ ਮਨਸ਼ਾ ਨਹੀਂ ਸੀ ਕਿ ਖਾਲਸਾ ਪੰਥ ਨਾ ਵਿਗਾੜੀ ਜਾਵੇ। ਆਪ ਪੰਥ ਦੀਆਂ ਕਮਾਈਆਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਸਮਝਦੇ ਸਨ ਕਿ ਦਿੱਲੀ ਜਾਂ ਕੰਧਾਰ ਦੀਆਂ ਹਕੂਮਤ ਦਾ ਭਾਰ ਕੇਵਲ ਪੰਥ ਦੇ ਤੁਫੈਲ ਹੀ ਸਾਡੇ ਸਿਰਾਂ ਉੱਤੇ ਚੁੱਕਿਆ ਹੋਇਆ ਹੈ। ਜਦ ਅਹਿਮਦ ਸ਼ਾਹ ਨੇ ਆਪ ਨੂੰ ਸਰਹੰਦ ਦੀ ਸੂਬੇਦਾਰੀ ਦਿੱਤੀ ਸੀ ਤਾਂ ਦੋਵੇਂ ਧਿਰਾਂ ਆਪੋ ਆਪਣੇ ਮਨਾਂ ਵਿੱਚ ਸਮਝਦੀਆਂ ਸਨ ਕਿ ਇਸ ਸੂਬੇਦਾਰੀ ਦੇਣ ਦਾ ਕੀ ਭਾਵ ਹੈ। ਅਹਿਮਦ ਸ਼ਾਹ ਰੁਪਈਆ ਲੈਣਾ ਚਾਹੁੰਦਾ ਸੀ ਅਤੇ ਮਹਾਰਾਜ ਜੀ ਇਸ ਬਲਾ ਨੂੰ ਟਾਲਣਾ ਚਾਹੁੰਦੇ ਸਨ। ਨਹੀਂ ਤਾਂ ਮਹਾਰਾਜ ਜੀ ਵੀ ਜਾਣਦੇ ਸਨ ਅਤੇ ਅਹਿਮਦ ਸ਼ਾਹ ਵੀ ਜਾਣਦਾ ਸੀ ਕਿ ਮੇਰੇ ਪਿੱਠ ਮੋੜਨ ਦੀ ਢਿੱਲ ਹੈ ਕਿ ਸਿੰਘਾਂ ਨੇ ਸੱਜਿਓਂ ਖੱਬਿਓਂ ਨਿਕਲ ਆਉਣਾ ਹੈ ਤੇ ਆਪਣੇ ਮੱਲੇ ਹੋਏ ਇਲਾਕਿਆਂ ਉੱਤੇ ਪਹਿਲਾਂ ਵਾਂਗ ਹੀ ਕਬਜ਼ਾ ਕਰ ਲੈਣਾ ਹੈ। ਸੋ ਠੀਕ ਇਸੇ ਤਰ੍ਹਾਂ ਹੋਈ। ਮਹਾਰਾਜ ਜੀ ਨੇ ਸਤਲੁਜ ਤੇ ਜਮਨਾ ਦੇ ਵਿਚਕਾਰ ਬੂੜੀਏ, ਸ਼ਾਹਬਾਦ, ਸੰਢੌਰੇ ਤੇ ਰੋਪੜ ਥਾਣੇ ਬਿਠਾ ਦਿੱਤੇ ਸਨ, ਪਰ ਜਿਉਂ-ਜਿਉਂ ਸਿੰਘ ਆਉਂਦੇ ਗਏ ਆਪ ਆਪਣੇ ਥਾਣੇ ਉੱਥੋਂ ਹਟਾਉਂਦੇ ਗਏ ਅਤੇ ਬਿਨਾਂ ਕਿਸੇ ਲੜਾਈ ਦੇ ਸਿੰਘਾਂ ਦਾ ਇਲਾਕਾ ਸਿੰਘਾਂ ਨੂੰ ਹੀ ਸੌਂਪ ਦਿੱਤਾ। ਭਾਵੇਂ ਮਹਾਰਾਜ ਜੀ ਦੀ ਸਲਾਹ ਕਦੀ ਇਹ ਨਹੀਂ ਸੀ ਕਿ ਸਿੰਘਾਂ ਨਾਲ ਵਿਗਾੜੀ ਜਾਵੇ, ਪਰ ਇਸ ਸਮੇਂ ਮਾਈ ਫੱਤੋ ਜੀ ਵਿਸ਼ੇਸ਼ ਕਰਕੇ ਜਿੱਦ ਕਰਦੇ ਸਨ ਕਿ ਸਿੰਘਾਂ ਦੇ ਮੱਲੇ ਹੋਏ ਇਲਾਕੇ ਨੂੰ ਨਾ ਛੇੜਿਆ ਜਾਵੇ ਅਤੇ ਉਹਨਾਂ ਦਾ ਇਲਾਕਾ ਉਹਨਾਂ ਨੂੰ ਹੀ ਦੇ ਦਿੱਤਾ ਜਾਵੇ। ਇਸ ਸਮੇਂ ਮਹਾਰਾਜ ਜੀ ਦੀ ਅਵਸਥਾ 74 ਸਾਲ ਦੀ ਸੀ। ਲੰਗ ਚਲਾਈਲੇ ਦੀ ਲੜਾਈ ਨੂੰ ਬਹੁਤਾ ਚਿਰ ਨਹੀਂ ਹੋਇਆ ਸੀ ਕਿ ਆਪ ਨੂੰ ਤਾਪ ਆਉਣ ਲੱਗ ਪਿਆ ਅਤੇ ਆਪ ਥੋੜਾ ਚਿਰ ਬਿਮਾਰ ਰਹਿ ਕੇ 27 ਸਾਵਨ 1822 ਬਿਕਰਮੀ ਨੂੰ ਬੁੱਧਵਾਰ ਦੇ ਦਿਨ ਸਵਰਗਵਾਸ ਹੋ ਗਏ। ਇਸ ਤਰ੍ਹਾਂ ਪਟਿਆਲਾ ਰਾਜ ਦੀ ਨੀਂਹ ਰੱਖ ਕੇ 74 ਸਾਲ ਦੀ ਉਮਰ ਵਿੱਚ ਮਹਾਰਾਜਾ ਆਲਾ ਸਿੰਘ ਜੀ ਸਵਰਗਵਾਸ ਹੋ ਗਏ। ਆਪ ਆਪਣੇ ਸਮੇਂ ਦੇ ਚੋਣਵੇਂ ਬੁੱਧੀਮਾਨਾਂ ਵਿੱਚੋਂ ਸਨ ਅਤੇ ਇਹ ਆਪ ਦੀ ਹੀ ਬੁੱਧੀ ਦਾ ਚਮਤਕਾਰ ਸੀ ਕਿ ਕਿਸੇ ਸ਼ਾਹੀ ਫੌਜ ਨਾਲ ਟਾਕਰਾ ਕਰਨ ਤੋਂ ਬਿਨਾਂ ਹੀ ਆਪ ਰਾਜ ਭਾਗ ਦੇ ਮਾਲਕ ਬਣ ਗਏ ਸਨ। ਸਮੇਂ ਦੀ ਨਾੜੀ ਨੂੰ ਆਪ ਚੰਗੀ ਤਰ੍ਹਾਂ ਪਰਖਣ ਵਾਲੇ ਸਨ। ਆਪ ਦੇ ਸਮੇਂ ਵਿੱਚ ਅਨੇਕਾਂ ਲਹਾਊ ਚੜਾਊ ਹੋਏ, ਅਨੇਕਾਂ ਖਾਨਦਾਨ ਡੁੱਬੇ, ਪਰ ਆਪ ਹਰ ਇੱਕ ਅਦਲਾ ਬਦਲੀ ਤੋਂ ਲਾਭ ਉਠਾਉਂਦੇ ਰਹੇ ਅਤੇ ਇਸ ਤਰ੍ਹਾਂ ਹੌਲੀ-ਹੌਲੀ ਉੱਨਤੀ ਕੀਤੀ ਕਿ ਆਂਢੀ ਗੁਆਂਢੀ ਵੀ ਇਸ ਉੱਨਤੀ ਨੂੰ ਅਨੁਭਵ ਨਾ ਕਰ ਸਕੇ। ਆਪ ਦੀ ਦੂਰ ਅੰਦੇਸ਼ੀ ਦੀ ਇੱਕ ਛੋਟੀ ਜਿਹੀ ਗੱਲ ਹੈ ਕਿ ਆਪ ਨੇ ਕਿਸੇ ਤਾਕਤ ਨਾਲ ਕਦੇ ਨਾ ਵਿਗਾੜੀ। ਦਿੱਲੀ ਵਾਲਿਆਂ ਨੂੰ ਆਪ ਪਾਤਸ਼ਾਹੀ ਮੰਨਦੇ ਰਹੇ। ਅਬਦਾਲੀ ਤੇ ਮਰਹੱਟਿਆਂ ਨੂੰ ਵੀ ਆਪ ਨੇ ਹਾਕਮ ਹੀ ਮੰਨਿਆ ਤੇ ਇਹਨਾਂ ਦੇ ਉਲਟ ਕਦੇ ਤਲਵਾਰ ਨਾ ਚੁੱਕੀ। ਖਾਲਸਾ ਦਲ ਦੇ ਆਪ ਸਦਾ ਹੀ ਸਨੇਹੀ ਰਹੇ ਅਤੇ ਆਪਣੀ ਅਕਲ ਨਾਲ ਖਾਲਸਾ ਜੀ ਪਾਸੋਂ ਵੱਡੇ-ਵੱਡੇ ਕੰਮ ਲਏ। ਇਹ ਆਪ ਦੀ ਹੀ ਚਤੁਰਾਈ ਸੀ ਕਿ ਆਪੋ ਵਿੱਚ ਅੱਗ ਬਰੂਦ ਵਾਲਾ ਵੈਰ ਰੱਖਣ ਵਾਲੀਆਂ ਦੋਹਾਂ ਧਿਰਾਂ ਨਾਲ ਆਪ ਦਾ ਪੂਰਾ ਰਸੂਖ ਰਿਹਾ। ਸਿੰਘਾਂ ਨਾਲ ਆਪ ਦਾ ਪਿਆਰ ਸੀ ਤੇ ਹਾਕਮਾਂ ਨਾਲ ਆਪ ਦੀ ਮੈਤਰੀ ਸੀ। ਦੇਸ਼ ਰੋਕਣ ਵਿੱਚ ਫੂਲਕਿਆਂ ਤੇ ਭਾਈਕਿਆਂ ਦੀ ਇੱਕ ਸਲਾਹ ਰਹੀ ਹੈ ਤੇ ਇਸ ਜੱਥੇ ਦੇ ਮੋਹਰੀ ਮਹਾਰਾਜਾ ਆਲਾ ਸਿੰਘ ਜੀ ਰਹੇ ਹਨ। ਭਾਈਕੇ ਤਾਂ ਮੂਲੋਂ ਹੀ ਮਹਾਰਾਜ ਜੀ ਦੇ ਨਾਲ ਰਹੇ ਹਨ ਅਤੇ ਜਿਉਂ-ਜਿਉਂ ਮਹਾਰਾਜ ਜੀ ਸਰਹੰਦ ਵੱਲ ਵਧਦੇ ਆਏ ਹਨ ਤਿਉਂ-ਤਿਉਂ ਹੀ ਭਾਈਕੇ ਵੀ ਵਧਦੇ ਆਏ ਹਨ। ਸਨੌਰ ਉੱਤੇ ਮਹਾਰਾਜਾ ਜੀ ਦਾ ਕਬਜ਼ਾ ਹੋ ਗਿਆ ਅਤੇ ਸਨੌਰ ਦੇ ਸੱਜੇ ਖੱਬੇ ਸਿੱਧੂਵਾਲ ਤੇ ਅਰਨੋਲ ਉੱਤੇ ਭਾਈਕਿਆਂ ਦੇ ਚੌਧਰੀ ਕਿਆਂ ਨੇ ਵੀ ਸ਼ਾਹੀ ਹਾਕਮਾਂ ਨਾਲ ਕਦੇ ਨਾ ਵਿਗਾੜੀ ਅਤੇ ਇਹ ਵੀ ਮਹਾਰਾਜਾ ਆਲਾ ਸਿੰਘ ਜੀ ਦੇ ਪਿੱਛੇ ਹੀ ਵਧਦੇ ਆਏ ਅਤੇ ਸਨੌਰ ਰੋਕੇ ਜਾਣ ਤੋਂ ਮਗਰੋਂ ਨਾਭੇ ਗਿਰਦੇ ਦਾ ਦੇਸ਼ ਇਹਨਾਂ ਨੇ ਰੋਕ ਲਿਆ। ਰਾਜਾ ਗਜਪਤ ਸਿੰਘ ਜੀ ਭਰਾਵਾਂ ਨਾਲੋਂ ਖਾਲਸਾ ਦਲ ਦੇ ਵਧੀਕ ਅਨੁਸਾਰੀ ਰਹੇ ਅਤੇ ਆਪਣੇ ਪਿਛਲੇ ਦਿਨਾਂ ਵਿੱਚ ਖਾਲਸਾ ਦਲ ਦੀਆਂ ਮੁਹਿੰਮਾਂ ਵਿੱਚ ਵੀ ਹਿੱਸਾ ਲੈਂਦੇ ਰਹੇ। ਹਾਲਾਂਕਿ ਫੂਲਕਿਆਂ ਤੇ ਭਾਈਕਿਆਂ ਵਿੱਚ ਹੋਰ ਕਿਸੇ ਨੇ ਖਾਲਸਾ ਦਲ ਦੀ ਕਿਸੇ ਮੁਹਿੰਮ ਵਿੱਚ ਸਾਂਝੀ ਵੱਲ ਹੋਣਾ ਚੰਗਾ ਨਾ ਸਮਝਿਆ ਅਤੇ ਮਹਾਰਾਜਾ ਆਲਾ ਸਿੰਘ ਜੀ ਤਾਂ ਇਤਨੇ ਸੁਚੇਤ ਸਨ ਕਿ ਅਖੀਰ ਸਮੇਂ ਤੱਕ ਆਪਣੇ ਆਪ ਨੂੰ ਚੌਧਰੀ ਹੀ ਅਖਵਾਉਂਦੇ ਰਹੇ। ਹਾਲਾਂਕਿ ਹੋਰ ਸਾਰੇ ਸਿੰਘ ਆਪਣੇ ਆਪ ਨੂੰ ਸਰਦਾਰ ਅਖਵਾਉਂਦੇ ਸਨ। ਇਸ ਰਾਜਨੀਤਿਕ ਭੇਦ ਦੇ ਹੁੰਦਿਆਂ ਹੋਇਆਂ ਵੀ ਮਹਾਰਾਜ ਜੀ ਦੀ ਸਿਆਣਪ ਨੇ ਫੂਲਕਿਆਂ ਤੇ ਦਲ ਵਿੱਚ ਅਜੋੜ ਨਾ ਹੋਣ ਦਿੱਤੀ, ਸਗੋਂ ਦੋਵੇਂ ਧਿਰਾਂ ਇੱਕ ਦੂਜੇ ਨੂੰ ਵੇਲੇ ਕੁ ਵੇਲੇ ਗੁਪਤ ਜਾਂ ਪ੍ਰਗਟ ਸਹਾਇਤਾ ਦਿੰਦੀਆਂ ਰਹੀਆਂ। ਮਹਾਰਾਜ ਜੀ ਨੇ ਚਿਰਾਂ ਤੋਂ ਇਹ ਧਾਰ ਛੱਡੀ ਸੀ ਕਿ ਰਾਜ ਭਾਗ ਦੇ ਹੱਕਦਾਰ ਕੰਵਰ ਅਮਰ ਸਿੰਘ ਜੀ ਨੂੰ ਕਰਨਾ ਹੈ। ਇਸੇ ਕਰਕੇ ਆਪ ਨੇ ਕੰਵਰ ਜੀ ਨੂੰ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਪਾਸੋਂ ਅੰਮ੍ਰਿਤ ਛਕਾਇਆ ਸੀ, ਜੋ ਉਸ ਸਮੇਂ ਸਾਰੇ ਪੰਥ ਦੇ ਮੁਖੀਏ ਸਨ। ਮਾਈ ਫੱਤੋ ਜੀ ਨੂੰ ਮਹਾਰਾਜ ਜੀ ਦੀ ਮਨਸ਼ਾ ਪੂਰੀ ਖਬਰ ਸੀ। ਇਸੇ ਕਰਕੇ ਆਪ ਨੇ ਆਪਣੀ ਸਹਾਇਤਾ ਨਾਲ ਕੰਵਰ ਅਮਰ ਸਿੰਘ ਜੀ ਨੂੰ ਝਟਪਟ ਤਖਤ ਦਾ ਮਾਲਕ ਬਣਾ ਦਿੱਤਾ ਅਤੇ ਭਰਾਵਾਂ ਵਿੱਚ ਕਿਸੇ ਪ੍ਰਕਾਰ ਦੀ ਲੜਾਈ ਪੜਾਈ ਨਾ ਹੋਣ ਦਿੱਤੀ। ਮਹਾਰਾਜਾ ਆਲਾ ਸਿੰਘ ਜੀ ਦੀ ਰਹਿਣੀ ਅਤਿਅੰਤ ਸਾਦੀ ਸੀ ਅਤੇ ਆਪ ਉਸ ਸਮੇਂ ਦੇ ਵੱਡੇ ਸਿੱਖ ਸਰਦਾਰਾਂ ਵਾਂਗ
ਕੰਬਲੀ ਦੀ ਗਾਤੀ ਮਾਰਿਆ ਕਰਦੇ ਸਨ। ਕੰਬਲੀ ਖਾਲਸਾ ਜੀ ਦਾ ਕੌਮੀ ਕੱਪੜਾ ਹੋ ਚੁੱਕਾ ਸੀ ਤੇ ਉਸ ਸਮੇਂ ਦੇ ਖਾਲਸਾ ਜੀ ਦੀ ਰਹਿਣੀ ਐਸੀ ਸਾਦੀ ਸੀ ਕਿ ਕੇਵਲ 2 ਕੰਬਲੀਆਂ ਨਾਲ ਵੱਡੀਆਂ ਮੁਹਿੰਮਾਂ ਮਾਰ ਲੈਂਦੇ ਸਨ। ਇੱਕ ਕੰਬਲੀ ਦੀ ਗਾਤੀ ਮਾਰ ਲੈਂਦੇ ਅਤੇ ਦੂਜੀ ਕੰਬਲੀ ਤੋਂ ਤਾहरू ਦਾ ਕੰਮ ਲੈਂਦੇ ਅਤੇ ਜਦ ਕਿਸੇ ਇਲਾਕੇ ਨੂੰ ਉਗਰਾਉਂਦੇ ਤਾਂ ਹਰ ਇੱਕ ਪਾਸੋਂ ਇੱਕ ਕੰਬਲੀ ਦਾ ਮੁੱਲ ਲੈ ਲੈਂਦੇ। ਇਹ ਉਗਰਾਈ ਨੂੰ ਕੰਬਲੀ ਜਾਂ ਰਾਖੀ ਆਖਿਆ ਕਰਦੇ ਸਨ। ਇਸ ਕੰਬਲੀ ਦੇ ਪਹਿਰਾਵੇ ਕਰਕੇ ਹੀ ਉਸ ਸਮੇਂ ਗੀਤ ਆਮ ਪ੍ਰਚਲਿਤ ਸੀ। ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਮਹਾਰਾਜ ਜੀ ਆਚਰਨ ਦੇ ਇਤਨੇ ਸ਼ੁੱਧ ਸਨ ਕਿ ਆਪ ਨੇ ਆਪਣੀ ਸਾਰੀ ਉਮਰ ਵਿੱਚ ਕਿਸੇ ਪਰਾਈ ਇਸਤਰੀ ਵੱਲ ਬੁਰੀ ਨਜ਼ਰ ਨਹੀਂ ਕੀਤੀ ਸੀ। ਇੱਕ ਵਾਰ ਅਨਭੋਲ ਹੀ ਆਪ ਦੀ ਨਜ਼ਰ ਤਨਖਾਣਾ ਦੀ ਲੜਕੀ ਜਿਹੜੀ ਕੋਠੇ ਤੇ ਖੜੀ ਸੀ ਉਸ ਉੱਤੇ ਪੈ ਗਈ। ਉਸ ਬੀਬੀ ਨੂੰ ਆਪ ਨੇ ਆਪਣੀ ਪੁੱਤਰੀ ਕਿਹਾ ਤੇ ਉਸ ਦੀ ਸ਼ਾਦੀ ਦਾ ਸਾਰਾ ਖਰਚ ਆਪਣੇ ਪੱਲੇ ਤੋਂ ਦਿੱਤਾ। ਆਪ ਦਾ ਅਟੁੱਟ ਲੰਗਰ ਚੱਲਦਾ ਸੀ। ਹਰ ਕੋਈ ਆਇਆ ਗਿਆ ਆਪ ਦੇ ਦਰ ਤੋਂ ਵਰਸੋਂਦਾ। ਅਨੇਕਾਂ ਗਰੀਬ ਬ੍ਰਾਹਮਣਾਂ ਦੀਆਂ ਬੀਬੀਆਂ ਨੂੰ ਆਪ ਨੇ ਖਰਚ ਦੇ ਕੇ ਵਿਆਹਿਆ ਅਤੇ ਆਪਣੀਆਂ ਕਰਨੀਆਂ ਕਰਕੇ ਐਸੀ ਸ਼ੋਭਾ ਖੱਟੀ ਕਿ ਅੱਜ ਤੀਕ ਹਰ ਕੋਈ ਬਾਬਾ ਆਲਾ ਸਿੰਘ ਜੀ ਦਾ ਨਾਮ ਬੜੀ ਇੱਜ਼ਤ ਤੇ ਸਨਮਾਨ ਨਾਲ ਲੈਂਦਾ ਹੈ।